ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਗੂਜਰੀ ਜਾਤ ਗਵਾਰ, ਜਾ ਸਹੁ ਪਾਏ ਆਪਣਾ। ਗੁਰ ਕੈ ਸ਼ਬਦ ਵਿਚਾਰ, ਆਨ ਦਿਨ ਹਰ ਜਪ ਜਪਣਾ। ਜਿਸ ਸਤਿਗੁਰ ਮਿਲੈ ਤਿਸ ਭਉ ਪਵੈ, ਸਾ ਕੁਲਵੰਤੀ ਨਾਰ। ਸਾ ਹੁਕਮ ਪਛਾਣੈ ਕੰਤ ਕਾ, ਜਿਸਨੋ ਕਿਰਪਾ ਕੀਤੀ ਕਰਤਾਰ। ਉਹ ਕੁਚੱਜੀ ਕੁਲੱਖਣੀ, ਪਰ ਹਰ ਛੋਡੀ ਪਤਾਰ। ਪੈ ਪਈਐ ਮਲ ਕੱਟੀਐ, ਨਿਰਮਲ ਹੋਵੈ ਸਰੀਰ। ਅੰਤਰ ਪ੍ਰਗਾਸ ਮਤਿ ਉਤਮ ਹੋਵੈ, ਹਰ ਜਪ ਗੁਣੀ ਗਹੀਰ। ਪੈ ਵਿੱਚ ਬੈਸੈ ਪੈ ਰਹੈ, ਪੈ ਵਿੱਚ ਕਮਾਵੈ ਕਾਰ। ਐਥੈ ਸੁਖ ਵਡਿਆਈਆਂ, ਦਰਗਹਿ ਮੋਖ ਦੁਆਰ। ਪੈਤੀ ਨਿਰਭਉ ਪਾਈਐ, ਮਿਲ ਜੋਤੀ ਜੋਤ ਅਪਾਰ। ਨਾਨਕ ਖਸਮੈ ਭਾਵੈ ਸਾ ਭਲੀ, ਜਿਸਨੋ ਆਪੇ ਬਖਸ਼ੇ ਕਰਤਾਰ। ਪੈਤੀ ਨਿਰਭਉ ਪਾਈਐ, ਮਿਲ ਜੋਤੀ ਜੋਤ ਅਪਾਰ। ਨਾਨਕ ਖਸਮੈ ਭਾਵੈ ਸਾ ਭਲੀ, ਜਿਸਨੋ ਆਪੇ ਬਖਸ਼ੇ ਕਰਤਾਰ। ਸ਼ਲੋਕ ਮਹੱਲਾ ਤੀਜਾ। ਗੂਜਰੀ ਜਾਤ ਗਵਾਰ, ਜਾਂ ਸਹੁ ਪਾਏ ਆਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਰੁਦਰ ਧਿਆਨ ਗਿਆਨ ਸਤ ਗੁਰ ਕੇ, ਕਵ ਜਨ ਪਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਣ ਆਵੈ। ਗੂਜਰੀ ਰਾਗ ਦੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਲੋਕ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ,
ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਗੁਰਮਤਿ ਦਾ ਸਿਧਾਂਤ ਹੈ। ਇਸ ਜਗ ਮੈਂ ਪੁਰਖ ਏਕ ਹੈ, ਹੋ ਸਗਲੀ ਨਾਰ ਸਬਾਈ, ਅਥਵਾ ਏਕਾ ਪੁਰਖ ਸਬਾਈ ਨਾਰ। ਸੰਸਾਰ ਦੇ ਵਿੱਚ ਪੁਰਖ ਤਾਂ ਕੇਵਲ ਅਕਾਲ ਪੁਰਖ ਹੀ ਹੈ। ਹੋਰ ਜਿਤਨੀ ਵੀ ਸ੍ਰਿਸ਼ਟੀ ਹੈ, ਜਿਤਨੇ ਜੀਵ ਨੇ, ਸਭ ਇਸਤਰੀਆਂ ਵਾਂਗ ਹਨ। ਇਸਤਰੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹੈ, ਇੱਕ ਸੁਹਾਗਣਾ ਹੁੰਦੀਆਂ ਹਨ, ਦੂਸਰੀਆਂ ਦੁਹਾਗਣਾ ਹੁੰਦੀਆਂ ਹੈ। ਸੁਹਾਗਣਾ ਕੌਣ ਨੇ? ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁਖ ਉਜਲਾ, ਖਸਮੈ ਮਾਹੀ ਸਮਾਹੇ। ਇਹ ਸੁਹਾਗਣ ਦੀ ਅਵਸਥਾ ਹੁੰਦੀ ਹੈ। ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋਂ ਕੁਥੀਆਂ ਫਿਰਹਿ ਨਿਮਾਣੀਆਂ। ਦੁਹਾਗਣਾ ਉਹ ਨੇ ਜੋ ਆਪਣੇ ਖਸਮ ਤੋਂ, ਪਤੀ ਤੋਂ ਭੁੱਲੀਆਂ ਹੋਈਆਂ, ਕੁਰਾਹੇ ਪਈਆਂ ਹੋਈਆਂ, ਇੱਧਰ ਉੱਧਰ ਠੋਕਰਾਂ ਖਾਂਦੀਆਂ ਫਿਰਦੀਆਂ ਹਨ। ਮੈਲੇ ਵੇਸ ਤਿਨ ਕਾਮਣੀ, ਤਿਨ ਦੁਖੀ ਰਹਿਣ ਵਿਹਾਏ ਜੀਓ। ਉਹਨਾਂ ਦੇ ਵੇਸ ਹਮੇਸ਼ਾ ਲਈ ਮੈਲੇ ਹੀ ਰਹਿੰਦੇ ਹਨ। ਕਿਉਂ? ਉਹਨਾਂ ਦੀ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਹੀ ਲੰਘਦੀ ਹੈ। ਹੁਣ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੁਹਾਗਣ ਤੋਂ ਸੁਹਾਗਣ ਕਿਵੇਂ ਬਣਿਆ ਜਾ ਸਕਦਾ ਹੈ, ਉਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਗੂਜਰੀ ਜਾਤ ਗਵਾਰ, ਜਾ ਸਹੁ ਪਾਏ ਆਪਣਾ। ਗੂਜਰੀ ਰਾਗਵੀ ਹੈ। ਗੂਜਰੀ ਇਹ ਗੁਜਰਾਂ ਦੀ ਜਾਤ ਵੀ ਹੈ। ਗੁਜਰਾਂ ਦੀ ਜਾਤ ਗਵਾਰਾਂ ਦੀ ਜਾਤ ਮੰਨੀ ਗਈ ਹੈ। ਜਿਵੇਂ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੈ ਕਬੀਰ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਇੱਥੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੂਜਰੀ ਜਾਤ ਗੁਆਰ, ਭਾਵੇਂ ਗੁਜਰਾਂ ਦੀ ਜਾਤ ਵਿੱਚੋਂ ਹੀ ਗੁਆਰ ਕੋਈ ਨਾਸਮਝ ਜੀਵ ਰੂਪ ਇਸਤਰੀ ਹੋਵੇ, ਜਾਂ ਸਹੁ ਪਾਏ ਆਪਣਾ, ਜੇ ਉਹ ਆਪਣਾ ਪਤੀ ਪ੍ਰਾਪਤ ਕਰ ਲਵੇ, ਉਹ ਵੀ ਸੁਹਾਗਣ ਬਣ ਸਕਦੀ ਹੈ। ਗੂਜਰੀ ਜਾਤ ਗੁਆਰ। ਇਸੇ ਤਰ੍ਹਾਂ ਜੀਵ ਰੂਪ ਇਸਤਰੀ ਉਨਾ ਚਿਰ ਤੱਕ ਗਵਾਰ ਹੀ ਸਮਝੀ ਜਾਂਦੀ ਹੈ, ਜਿੰਨਾ ਚਿਰ ਤੱਕ ਉਹ ਆਪਣੇ ਪਤੀ ਨੂੰ ਨਾ ਪ੍ਰਾਪਤ ਕਰ ਸਕੇ, ਜਾਂ ਸਹੁ ਪਾਏ ਆਪਣਾ, ਜੇਕਰ ਉਹ ਆਪਣੇ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੇ, ਫਿਰ ਉਹ ਵੀ ਸੁਹਾਗਣ ਬਣ ਸਕਦੀ ਹੈ। ਗੁਰੂ ਕੈ ਸ਼ਬਦ ਵਿਚਾਰ, ਅੰਦਨ ਹਰ ਜਪ ਜਪਣਾ। ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਸਤਿਗੁਰੂ ਦਰਗਾਹੀ ਵਿਚੋਲੇ ਹਨ। ਗੁਰੂ ਕੈ ਸ਼ਬਦ ਵਿਚਾਰ, ਗੁਰੂ ਕੇ ਸ਼ਬਦ ਰਾਹੀਂ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਕਰਨੀ ਚਾਹੀਦੀ ਹੈ। ਅੰਦਨ ਹਰ ਜਪ ਜਪਣਾ, ਤੇ ਨਾਲ ਹੀ ਰਾਤ ਦਿਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਪ ਦਾ ਅਰਥ ਹੈ ਗੁਰ ਮੰਤਰ। ਜਪ ਦਾ ਅਰਥ ਹੈ ਨਾਮ। ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ,
ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਜੋ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦੀ ਵਿਚਾਰ ਕਰਦੇ ਹਨ, ਜੋ ਦਿਨ ਰਾਤ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਜਪਦੇ ਹਨ ਅਥਵਾ ਨਾਮ ਜਪਦੇ ਹਨ, ਉਹ ਗੁਰਮੁਖ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਪੈਂਦੇ ਹਨ। ਜੇ ਸਤਿਗੁਰ ਮਿਲੈ ਤਿਸ ਪਾਉ ਪਵੈ, ਸਾ ਕੁਲਵੰਤੀ ਨਾਰ। ਹਜ਼ੂਰ ਕਹਿੰਦੇ ਨੇ, ਜਿਸ ਜੀਵ ਰੂਪ ਇਸਤਰੀ ਨੂੰ ਸਤਿਗੁਰੂ ਮਿਲ ਜਾਂਦਾ ਹੈ, ਉਸ ਦੇ ਮਨ ਦੇ ਵਿੱਚ ਉਸ ਪਰਮੇਸ਼ਰ ਪਤੀ ਦਾ ਨਿਰਮਲ ਭਾਵ ਪ੍ਰਵੇਸ਼ ਹੋ ਜਾਂਦਾ ਹੈ। ਸਾ ਕੁਲਵੰਤੀ ਨਾਰ, ਜਿਸ ਬੀਬੀ ਦੇ ਮਨ ਦੇ ਵਿੱਚ ਪਤੀ ਦਾ ਨਿਰਮਲ ਭੈ ਪ੍ਰਵੇਸ਼ ਹੋ ਜਾਵੇ, ਉਹ ਸ੍ਰੇਸ਼ਟ ਕੁਲ ਵਾਲੀ ਨਾਰ ਇਸਤਰੀ ਬਣ ਜਾਂਦੀ ਹੈ। ਔਰ ਇੱਧਰ ਜਿਸ ਜੀਵ ਰੂਪ ਇਸਤਰੀ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਭੈ ਪ੍ਰਵੇਸ਼ ਹੋ ਜਾਵੇ, ਉਹ ਫਿਰ ਚੰਗੀ ਕੁਲ ਵਾਲੀ ਕੀ ਹੈ? ਸੰਤ ਭਗਤ ਗੁਰਸਿੱਖੀ ਦੀ ਚੰਗੀ ਕੁਲ ਵਾਲੀ ਉਹ ਨਾਰ ਇਸਤਰੀ ਆਤਮਾ ਪਵਿੱਤਰ ਰੂਪ ਬਣ ਜਾਂਦੀ ਹੈ। ਸਾ ਹੁਕਮ ਪਛਾਣੈ ਕੰਤ ਕਾ, ਜਿਸਨੂੰ ਕਿਰਪਾ ਕੀਤੀ ਕਰਤਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਜੀਵ ਰੂਪ ਇਸਤਰੀ ਤੇ ਉਸ ਕਰਤਾ ਪੁਰਖ ਸਿਰਜਣਹਾਰ ਪਰਮ ਪਿਤਾ ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਸਾ ਹੁਕਮ ਪਛਾਣੈ ਕੰਤ ਕਾ, ਫਿਰ ਉਹ ਆਪਣੇ ਪਤੀ ਪਰਮੇਸ਼ਰ ਦਾ ਹੁਕਮ ਪਛਾਣ ਲੈਂਦੀ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ, ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਜੋ ਕੁਝ ਵੀ ਸੰਸਾਰ ਦੇ ਵਿੱਚ ਹੋ ਰਿਹਾ ਹੈ, ਇਹ ਉਸ ਮਾਲਕ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਇ, ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹਿ ਨ ਕੋਇ। ਜਿਸ ਉਤੇ ਕਰਤਾਰ ਨੇ ਕਿਰਪਾ ਕਰ ਦਿੱਤੀ, ਉਹੀ ਜੀਵ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦਾ ਹੁਕਮ ਪਛਾਣਦੀ ਹੈ। ਉਹ ਕੁਚੱਜੀ ਕੁਲਖਣੀ, ਪਰ ਹਰ ਛੋਡੀ ਪਤਾਰ। ਲੋ ਹਜ਼ੂਰ ਕਹਿੰਦੇ ਨੇ, ਜਿਸ ਜੀਵ ਰੂਪ ਇਸਤਰੀ ਨੂੰ ਪਤੀ ਪਰਮੇਸ਼ਰ ਨੇ ਆਪਣੇ ਮਨੋਂ ਵੀ ਤਿਆਗ ਦਿੱਤਾ ਹੈ ਤੇ ਤਨ ਕਰਕੇ ਵੀ ਛੱਡ ਦਿੱਤਾ ਹੈ, ਬਈ ਉਹ ਤੇ ਕੁਚੱਜੀ ਤੇ ਕੁਲਖਣੀ ਹੀ ਇਸਤਰੀ ਸਦਵਾ ਸਕਦੀ ਹੈ। ਕੁਚੱਜੀ ਕਹਿੰਦੇ ਨੇ, ਜਿਸ ਦਾ ਆਚਰਨ ਠੀਕ ਨਾ ਹੋਵੇ, ਕਰੈਕਟਰ ਲੈਸ ਹੋਵੇ, ਤੇ ਕੁਲਖਣੀ ਜਿਸ ਦੇ ਲੱਛਣ ਵੀ ਅੱਛੇ ਨਾ ਹੋਣ। ਹਜ਼ੂਰ ਕਹਿੰਦੇ ਨੇ, ਜਿਸ ਜੀਵ ਰੂਪ ਇਸਤਰੀ ਨੂੰ ਪਤੀ ਪਰਮੇਸ਼ਰ ਨੇ ਮਨੋਂ ਤਨੋਂ ਤਿਆਗ ਦਿੱਤਾ ਹੈ, ਬਈ ਉਹ ਕੁਚੱਜੀ ਤੇ ਕੁਲਖਣੀ ਅਖਵਾਉਂਦੀ ਹੈ। ਪੈ ਪੈ ਮਲ ਕੱਟੀਐ, ਨਿਰਮਲ ਹੋਵੈ ਸਰੀਰ। ਫਿਰ ਮਹਾਰਾਜ ਉਹ ਜਿਹੜੀ ਵਿਛੜੀ ਹੋਈ ਇਸਤਰੀ ਹੈ, ਉਹ ਕਿਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦੀ ਹੈ, ਉਹ ਦੁਹਾਗਣ ਵੀ ਸੁਹਾਗਣ ਬਣ ਸਕਦੀ ਹੈ। ਤਾਂ ਹਜ਼ੂਰ ਕਹਿੰਦੇ, ਹਾਂ ਇੱਕ ਤਰੀਕਾ ਹੈ, ਪੈ ਪੈ ਮਲ ਕੱਟੀਐ। ਜਿਸ ਜੀਵ ਰੂਪ ਇਸਤਰੀ ਦੇ ਮਨ ਦੇ ਵਿੱਚ ਪਤੀ ਪਰਮੇਸ਼ਰ ਦਾ ਨਿਰਮਲ ਭੈ ਪ੍ਰਵੇਸ਼ ਹੋ ਜਾਵੇ, ਉਹਦੇ ਨਾਲ ਹਉਮੈ ਦੀ, ਪਾਪਾਂ ਦੀ, ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ। ਨਿਰਮਲ ਹੋਵੇ ਸਰੀਰ, ਫਿਰ ਉਹਦਾ ਜਿਹੜਾ ਇਹ ਬਾਹਰਲਾ ਭੌਤਿਕ ਸਰੀਰ ਹੈ, ਇਹ ਵੀ, ਤੇ ਜਿਹੜਾ ਸੂਖਸ਼ਮ ਸਰੀਰ ਅੰਦਰ ਮਨ ਤੇ ਅੰਤఃਕਰਨ ਹੈ, ਇਹ ਵੀ ਨਿਰਮਲ ਹੋ ਜਾਂਦਾ ਹੈ। ਅੰਤਰ ਪ੍ਰਗਾਸ ਮਤਿ ਊਤਮ ਹੋਵੇ, ਹਰ ਜਪ ਗੁਣੀ ਗਹੀਰ। ਹਜ਼ੂਰ ਫਰਮਾਉਂਦੇ ਨੇ, ਉਸ ਗੁਣਾਂ ਦੇ ਗਹੀਰ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਮਤ ਊਤਮ ਹੋਵੇ, ਤੇ ਜਿਹੜੀ ਬੁੱਧੀ ਵੀ ਉੱਤਮ ਸ੍ਰੇਸ਼ਟ ਬਣ ਜਾਂਦੀ ਹੈ। ਉੱਤਮ ਮਤ ਕਿਹੜੀ ਹੈ? ਉੱਤਮ ਮਤ ਮੇਰੇ ਹਿਰਦੈ ਤੂੰ ਆਓ, ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਓ। ਹਜ਼ੂਰ ਕਹਿੰਦੇ ਨੇ, ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਇਹ ਸ੍ਰੇਸ਼ਟ ਮਤ ਵੀ ਪ੍ਰਾਪਤ ਹੋ ਜਾਂਦੀ, ਤੇ ਅੰਤਰ ਪ੍ਰਗਾਸ ਉਸ ਜੀਵ ਰੂਪ ਇਸਤਰੀ ਦੇ ਹਿਰਦੇ ਵਿੱਚ ਦੇਵੀ ਗਿਆਨ ਦਾ ਚਾਨਣ ਵੀ ਹੋ ਜਾਂਦਾ ਹੈ।
ਪੈ ਵਿੱਚ ਬੈਸੈ ਪੈ ਰਹੈ, ਪੈ ਵਿੱਚ ਕਮਾਵੈ ਕਾਰ। ਲੋ ਹਜ਼ੂਰ ਕਹਿੰਦੇ ਫਿਰ ਉਹ ਜੀਵ ਰੂਪ ਇਸਤਰੀ ਉਸ ਵਾਹਿਗੁਰੂ ਦੇ ਨਿਰਮਲ ਭੈ ਦੇ ਵਿੱਚ ਹੀ ਬੈਠਦੀ ਹੈ, ਉਸ ਨਿਰਮਲ ਭੈ ਦੇ ਵਿੱਚ ਹੀ ਹਮੇਸ਼ਾ ਲਈ ਰਹਿੰਦੀ ਹੈ, ਤੇ ਉਸੇ ਪ੍ਰਭੂ ਦੇ ਨਿਰਮਲ ਭੈ ਦੇ ਵਿੱਚ ਹੀ ਕਾਰ ਸੇਵਾ ਸਿਮਰਨ ਦੀ, ਕਾਰ ਸੇਵਾ ਟਹਿਲ ਭਗਤੀ ਕਰਦੀ ਰਹਿੰਦੀ ਹੈ। ਭਾਵ ਜੋ ਵੀ ਕਰਦੀ ਹੈ ਉਹਦੇ ਮਨ ਦੇ ਵਿੱਚ ਪਤੀ ਦਾ ਨਿਰਮਲ ਭੈ ਹੁੰਦਾ, ਉਹਦੇ ਵਿੱਚ ਹੀ ਸਭ ਕੁਛ ਕਰਦੀ ਹੈ। ਐਥੈ ਸੁਖ ਵਡਿਆਈਆਂ ਦਰਗਹਿ ਮੋਖ ਦੁਆਰ। ਇਹਦਾ ਫਲ ਕੀ ਹੁੰਦਾ ਹੈ? ਹਜ਼ੂਰ ਕਹਿੰਦੇ ਐਥੈ, ਐਥੈ ਦਾ ਅਰਥ ਹੈ ਇਸ ਦੁਨੀਆ ਦੇ ਵਿੱਚ ਉਹਨੂੰ ਸੁਖ ਪ੍ਰਾਪਤ ਹੁੰਦਾ ਹੈ ਤੇ ਨਾਲ ਹੀ ਵਡਿਆਈਆਂ ਵੀ ਹਾਸਲ ਹੁੰਦੀਆਂ। ਦਰਗਹਿ ਮੋਖ ਦੁਆਰ, ਤੇ ਜਦੋਂ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੀ ਹੈ ਉੱਥੇ ਵੀ ਉਸ ਸੁਹਾਗਣ ਦੇ ਲਈ ਮੋਖ ਦੁਆਰ ਖੁੱਲ੍ਹ ਜਾਂਦਾ ਹੈ। ਦਰਗਾਹ ਦੇ ਵਿੱਚ ਵੀ ਉਸ ਨੂੰ ਮੋਖ ਦੁਆਰ ਦੀ, ਮੁਕਤੀ ਦੇ ਦਰਵਾਜ਼ੇ ਦੀ ਪ੍ਰਾਪਤੀ ਹੋ ਜਾਂਦੀ ਹੈ। ਭੈ ਤੇ ਨਿਰਭਉ ਪਾਈਐ, ਮਿਲ ਜੋਤੀ ਜੋਤ ਅਪਾਰ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਿਰਮਲ ਭੈ ਦੇ ਵਿੱਚ ਰਹਿ ਕੇ ਹੀ, ਭੈ ਵਿੱਚ ਬੈਸੈ ਪੈ ਰਹੈ, ਭੈ ਵਿੱਚ ਕਮਾਵੈ ਕਾਰ। ਨਿਰਭਉ ਪਾਈਐ, ਉਸ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰੀਦਾ ਹੈ। ਤੇ ਵਾਹਿਗੁਰੂ ਪਰਮੇਸ਼ਰ ਜਦੋਂ ਮਿਲਦਾ ਹੈ ਉਹ ਕਿਵੇਂ ਮਿਲਦਾ ਹੈ? ਮਿਲ ਜੋਤੀ ਜੋਤ ਅਪਾਰ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਵਜੂਦ ਤੇ ਹੈ ਨਹੀਂ, ਉਹ ਇੱਕ ਸ਼ਕਤੀ ਹੈ, ਇੱਕ ਜੋਤ ਹੈ, ਇੱਕ ਲਾਈਟ ਹੈ। ਮਿਲ ਜੋਤੀ ਜੋਤ ਅਪਾਰ, ਉਸ ਵਾਹਿਗੁਰੂ ਦੀ ਜੋਤ ਵਿੱਚ, ਉਸ ਵਾਹਿਗੁਰੂ ਦੀ ਅਪਾਰ ਜੋਤ ਵਿੱਚ ਉਸ ਜੀਵ ਰੂਪ ਇਸਤਰੀ ਦੀ ਜਿਹੜੀ ਜੋਤ ਆਤਮਾ ਹੈ ਉਹ ਮਿਲ ਜਾਂਦੀ ਹੈ। ਇਸ ਤਰ੍ਹਾਂ ਦਾ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਨਾਨਕ ਖਸਮੈ ਭਾਵੈ ਸਾ ਭਲੀ, ਜਿਸਨੂੰ ਆਪੇ ਬਖਸ਼ੇ ਕਰਤਾਰ। ਲੋ ਹਜ਼ੂਰ ਕਹਿੰਦੇ ਨੇ ਜਿਸਨੂੰ ਉਹ ਕਰਤਾਰ ਆਪ ਹੀ ਬਖਸ਼ੇ ਤੇ ਫਿਰ ਉਹ ਉਸ ਮਾਲਕ ਦੇ ਮਨ ਨੂੰ ਭਾ ਜਾਂਦੀ ਹੈ। ਤੇ ਜਿਹੜੀ ਉਸ ਮਾਲਕ ਦੇ ਮਨ ਨੂੰ ਭਾ ਜਾਵੇ ਸਾਹ ਭਲੀ, ਵੀ ਉਹ ਸਾਰੀਆਂ ਇਸਤਰੀਆਂ ਦੇ ਵਿੱਚੋਂ ਚੰਗੀ, ਸ੍ਰੇਸ਼ਟ ਤੇ ਸਭ ਤੋਂ ਉੱਤਮ ਉਹ ਸੰਤ ਮਹਾਂਪੁਰਖ ਸਦਵਾਉਂਦੀ ਹੈ। ਮਹੱਲਾ ਤੀਜਾ। ਸਦਾ ਸਦਾ ਸਾ ਲਾਹੀਐ, ਸੱਚੇ ਕੋ ਬਲ ਜਾਓ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰਮੁਖੋ, ਸਦਾ ਸਦਾ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ ਸਲਾਹਤ ਕਰਨੀ ਚਾਹੀਦੀ ਹੈ ਤੇ ਨਾਲ ਹੀ ਸੱਚੇ ਅਕਾਲ ਪੁਰਖ ਤੋਂ ਹਮੇਸ਼ਾ ਲਈ ਬਲਿਹਾਰ ਜਾਣਾ ਚਾਹੀਦਾ ਹੈ। ਨਾਨਕ ਏਕ ਛੋੜ ਦੂਜਾ ਲੱਗੈ, ਸਾ ਜਿਹਵਾ ਜਲ ਜਾਓ। ਲੋ ਹਜ਼ੂਰ ਕਹਿੰਦੇ ਨੇ ਜਿਹੜੀ ਜੀਵਾ ਰਸਨਾ, ਜਿਹੜੀ ਜ਼ੁਬਾਨ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਦੂਜੇ ਪਾਸੇ ਲੱਗਦੀ ਹੈ। ਭਾਵ ਕਈ ਇਹੋ ਜਿਹੇ ਵੀ ਲੋਕ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਤੇ ਹੋਰ ਨਿੰਦਿਆ ਚੁਗਲੀ ਕਰਦੇ ਰਹਿੰਦੇ ਨੇ। ਅਥਵਾ ਕਈ ਲੋਕ ਇਹੋ ਜਿਹੇ ਨੇ ਜਿਹੜੇ ਰਸਨਾ ਤੋਂ ਬਾਣੀ ਨਹੀਂ ਪੜ੍ਹਦੇ ਤੇ ਹੋਰ ਗੰਦੇ ਗੀਤ ਤੇ ਹੋਰ ਭੈੜੀਆਂ ਗੱਲਾਂ ਕਰਦੇ ਰਹਿੰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਜਿਹੜੀ ਰਸਨਾ ਇੱਕ ਵਾਹਿਗੁਰੂ ਨੂੰ ਛੱਡ ਕੇ ਹੋਰ ਦੂਜੇ ਪਾਸੇ ਲੱਗਦੀ ਹੈ, ਸਾ ਜਿਹਵਾ ਜਲ ਜਾਓ, ਉਹ ਜੀਵਾ ਜ਼ੁਬਾਨ ਸੜ ਜਾਵੇ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕਟੀਏ। ਹਰਹਾਂ ਦੁਖ ਰੋਗ ਸਾ ਪਾਪ, ਤਨ ਤੇ ਘਟੀਐ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਜਪ ਕੇ ਹੀ ਸਾਡੀ ਜ਼ੁਬਾਨ ਦੀ ਸਫਲਤਾ ਹੁੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਬਾਣੀ ਵਿੱਚ ਵੀ ਰਸਨਾ ਨੂੰ ਉਪਦੇਸ਼ ਦਿੱਤਾ ਹੈ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਥ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਇਹ ਜ਼ੁਬਾਨ ਰਸਾਂ ਕਸਾਂ ਨੂੰ ਵੀ ਚੱਖਦੀ ਹੈ।
ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੀ ਰਸਨਾ ਇੱਕ ਨਾਮ ਰਸ ਨੂੰ ਛੱਡ ਕੇ ਹੋਰ ਰਸਾਂ ਕਸਾਂ ਦੇ ਵਿੱਚ ਲੱਗ ਜਾਂਦੀ ਹੈ ਬਈ ਉਹ ਵੀ ਰਸਨਾ ਸੜ ਜਾਵੇ। ਪੌੜੀ ਅੰਸਾ ਅਵਤਾਰੋ ਪਾਇਓ ਭਾਉ ਦੂਜਾ ਕੀਆ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਜਿਹੜੇ ਦੁਨੀਆ ਦੇ ਵਿੱਚ ਧਰਮੀ ਰਾਜੇ ਮਹਾਰਾਜੇ ਹੋਏ ਨੇ ਉਹਨਾਂ ਨੂੰ ਲੋਕ ਅੰਸਾ ਅਵਤਾਰ ਕਹਿੰਦੇ ਨੇ, ਕਿਉਂਕਿ ਅਵਤਾਰ ਕਈਆਂ ਨੇ 4 ਪ੍ਰਕਾਰ ਦੇ ਮੰਨੇ ਆ, ਅੰਸਾ, ਅਵੇਸ਼ਾ, ਕਲਾ ਤੇ ਪੂਰਨ। ਇਹ 4 ਕਿਸਮ ਦੇ ਅਵਤਾਰ ਮੰਨੇ ਨੇ। ਕਈਆਂ ਨੇ 6 ਕਿਸਮ ਦੇ ਵੀ ਮੰਨੇ ਆ, ਪਰ ਵੈਸੇ ਮਹਾਂਪੁਰਖ 4 ਕਿਸਮ ਦੇ ਅਵਤਾਰ ਹੀ ਕਹਿੰਦੇ ਸਨ। ਅੰਸਾ ਅਵਤਾਰ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਈਸ਼ਵਰ ਦੀ ਕੋਈ ਅੰਸ਼ ਹੋਵੇ, ਕੋਈ ਥੋੜ੍ਹੀ ਬਹੁਤ ਸ਼ਕਤੀ, ਕੋਈ ਕਲਾ ਵਾਹਿਗੁਰੂ ਦੀ ਹੋਵੇ, ਤੇ ਫਿਰ ਉਹਨੂੰ ਅੰਸਾ ਅਵਤਾਰ ਕਹਿੰਦੇ ਨੇ। ਆਵੇਸ਼ਾ ਅਵਤਾਰ ਉਸਨੂੰ ਕਹਿੰਦੇ ਨੇ ਕੋਈ ਭਗਤੀ ਤਪੱਸਿਆ ਕਰਕੇ ਜਿਹਦੇ ਵਿੱਚ ਕੋਈ ਸ਼ਕਤੀ ਆਉਂਦੀ, ਉਹ ਆਵੇਸ਼ਾ ਅਵਤਾਰ ਹੁੰਦੇ ਨੇ। ਤੇ ਕਲਾ ਅਵਤਾਰ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਕੋਈ ਨਾ ਕੋਈ ਕਲਾ, ਕੋਈ ਵਿਸ਼ੇਸ਼ ਸ਼ਕਤੀ ਦੇ ਕੇ ਸੰਸਾਰ ਵਿੱਚ ਭੇਜਦਾ ਹੈ। ਤੇ ਪੂਰਨ ਅਵਤਾਰ ਉਹ ਹੁੰਦੇ ਨੇ ਜਿਨ੍ਹਾਂ ਵਿੱਚ ਸਾਰੀਆਂ ਕਲਾ ਤੇ ਸਾਰੇ ਗੁਣ ਭਰਪੂਰ ਹੁੰਦੇ ਨੇ। ਇੱਥੇ ਅੰਸਾ ਅਵਤਾਰ ਜਿਹੜੇ ਪਹਿਲੇ ਦਰਜੇ ਦੇ ਨੇ ਉਹਨਾਂ ਦੀ ਗੱਲ ਸਤਿਗੁਰੂ ਕਰਦੇ ਹਨ। ਅੰਸਾ ਅਵਤਾਰ ਉਪਾਇਓਨ ਪਾਓ ਦੂਜਾ ਕੀਆ। ਉਸ ਵਾਹਿਗੁਰੂ ਪਰਮੇਸ਼ਰ ਨੇ ਅੰਸਾ ਅਵਤਾਰ ਭਾਵ ਜਿਹੜੇ ਧਰਮੀ ਰਾਜੇ ਨੇ ਉਹਨਾਂ ਨੂੰ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ। ਭਾਉ ਦੂਜਾ ਕੀਆ, ਪਰ ਉਹਨਾਂ ਦੇ ਮਨ ਦੇ ਵਿੱਚ ਵੀ ਦੂਜਾ ਭਾਉ ਪੈਦਾ ਕਰ ਦਿੱਤਾ। ਜਿਉ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਭਿੜੀਆ। ਲੋ ਜਿਹੜੇ ਧਰਮੀ ਰਾਜੇ ਵੀ ਨੇ, ਜਿਵੇਂ ਹੋਰ ਰਾਜੇ ਲੋਕ ਰਾਜ ਕਰਦੇ ਹਨ ਤੇ ਨਾਲ ਇੱਕ ਦੂਸਰੇ ਦੇ ਨਾਲ ਭਿੜੀਆ ਜੰਗ ਯੁੱਧ ਵੀ ਕਰਦੇ ਨੇ ਤੇ ਫਿਰ ਦੁੱਖ ਸੁੱਖ ਵੀ ਸਹਾਰਦੇ ਨੇ। ਇਸੇ ਤਰ੍ਹਾਂ ਜਿਹੜੇ ਅੰਸਾ ਅਵਤਾਰ ਹੋਏ ਨੇ, ਜਿਵੇਂ ਰਾਮਚੰਦਰ ਜੀ ਹੋਏ ਨੇ, ਕ੍ਰਿਸ਼ਨ ਜੀ ਹੋਏ ਨੇ, ਹੋਰ ਵੀ ਜਿਹੜੇ ਅਵਤਾਰ ਹੋਏ ਨੇ, ਉਹਨਾਂ ਨੂੰ ਵੀ ਇਸ ਤਰ੍ਹਾਂ ਸੰਸਾਰ ਦੇ ਦੁੱਖ ਸੁੱਖ ਭੋਗਣੇ ਪਏ। ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਨ ਵਿਛੜ ਗਿਆ। ਇਸ ਤਰ੍ਹਾਂ ਜਿਹੜੇ ਅੰਸਾ ਅਵਤਾਰ ਹੋਏ ਨੇ ਬਈ ਉਹਨਾਂ ਨੂੰ ਵੀ ਦੁੱਖ ਸੁੱਖ ਭੋਗਣੇ ਪਏ। ਈਸ਼ਰ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਹੀਆ। ਈਸ਼ਰ ਸ਼ਿਵ ਜੀ, ਬ੍ਰਹਮਾ ਆਦਿਕ ਦੇਵਤੇ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਨ, ਪਰ ਉਹ ਵੀ ਉਸ ਵਾਹਿਗੁਰੂ ਦਾ ਅੰਤ ਨਹੀਂ ਜਾਣ ਸਕੇ। ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਨਿਰਭਉ ਨਿਰੰਕਾਰ ਅਲਖ ਹੈ, ਗੁਰਮੁਖ ਪ੍ਰਗਟੀਆ। ਲੋ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਨਿਰਭਉ, ਭੈ ਤੋਂ ਰਹਿਤ ਹੈ, ਮਾਇਕੀ ਆਕਾਰਾਂ ਤੋਂ ਰਹਿਤ ਹੈ। ਬੁੱਧੀ ਕਰਕੇ ਵੀ ਲਿਖਿਆ ਨਹੀਂ ਜਾਂਦਾ, ਬੁੱਧੀ ਕਰਕੇ ਵੀ ਸਮਝਿਆ ਨਹੀਂ ਜਾਂਦਾ। ਗੁਰਮੁਖ ਪ੍ਰਗਟੀਆ, ਉਹ ਗੁਰੂ ਦੁਆਰਾ ਪ੍ਰਗਟ ਹੋਇਆ। ਭਾਵ ਜਿਸਨੂੰ ਆਪਣੇ ਆਪ ਅਸੀਂ ਨਹੀਂ ਜਾਣ ਸਕਦੇ, ਗੁਰੂ ਦੀ ਕਿਰਪਾ ਦੁਆਰਾ ਉਸ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਤਿੱਥੈ ਸੋਗ ਵਿਜੋਗ ਨਾ ਵਿਆਪਈ, ਅਸਰ ਜਗ ਥੀਆ। ਲੋ ਹਜ਼ੂਰ ਕਹਿੰਦੇ ਨੇ ਜਿੱਥੇ ਵਾਹਿਗੁਰੂ ਪਰਮੇਸ਼ਰ ਆਪ ਸਾਖਿਆਤਕਾਰ ਹੋ ਜਾਂਦਾ ਹੈ, ਫਿਰ ਉੱਥੇ ਨਾ ਸੋਗ ਤੇ ਨਾ ਹੀ ਵਿਜੋਗ ਵਿਆਪਦਾ ਹੈ। ਭਾਵ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਮਿਲ ਜਾਂਦਾ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪਲੀ ਭਗਵੰਤ ਹੈ। ਜਦੋਂ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਆ ਕੇ ਮਿਲ ਜਾਵੇ ਫਿਰ ਉਹਨੂੰ ਕਦੀ ਛੱਡ ਕੇ ਨਹੀਂ ਜਾਂਦਾ, ਕਿਉਂਕਿ ਉਹ ਅਵਿਨਾਸ਼ੀ ਵਰ ਹੈ। ਤੇ ਜਦੋਂ ਉਹਨੇ ਛੱਡ ਕੇ ਨਹੀਂ ਜਾਣਾ ਫਿਰ ਸੋਗ ਵੀ ਨਹੀਂ ਹੋ ਸਕਦਾ, ਕਿਉਂਕਿ ਵਿਜੋਗ ਦੇ ਨਾਲ ਹੀ ਤੇ ਸੋਗ ਪੈਦਾ ਹੁੰਦਾ ਹੈ। ਤੇ ਜੇ ਪਤੀ ਕੋਲ ਹੈ, ਪਤੀ ਨਾਲ ਹੈ, ਫਿਰ ਸੋਗ ਵਾਲੀ ਕੋਈ ਗੱਲ ਹੁੰਦੀ ਹੀ ਨਹੀਂ। ਜਿੱਥੇ ਵਾਹਿਗੁਰੂ ਪਤੀ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ, ਫਿਰ ਉੱਥੇ ਸੋਗ ਤੇ ਵਿਜੋਗ ਦੋਵੇਂ ਨਹੀਂ ਵਿਆਪ ਸਕਦੇ। ਅਸਰ ਜਗ ਥੀਆ, ਫਿਰ ਉਹ ਮਨੁੱਖ ਸੰਸਾਰ ਦੇ ਵਿੱਚ ਵੀ ਹਮੇਸ਼ਾ ਲਈ ਅਸਥਿਰ ਹੋ ਗਿਆ। ਉਸ ਨੂੰ ਅਮਰ ਪਦਵੀ ਤੇ ਅਚਲ ਪਦਵੀ ਪ੍ਰਾਪਤ ਹੋ ਗਈ। ਸ਼ਲੋਕ ਮਹੱਲਾ ਤੀਜਾ। ਇਹੋ ਸਭ ਕਿਛ ਆਵਨ ਜਾਣ ਹੈ, ਜੀਤਾ ਹੈ ਆਕਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ 20ਵੇਂ ਸ਼ਲੋਕ ਦੇ ਵਿੱਚ ਸੰਸਾਰ ਦੀ ਹਾਲਤ ਦੱਸਦੇ ਹਨ। ਇਹੋ ਸਭ ਕੁਛ ਆਵਨ ਜਾਣ ਹੈ। ਗੁਰਮੁਖੋ,
ਅਸੀਂ ਜੋ ਕੁਝ ਵੀ ਇਹਨਾਂ ਅੱਖਾਂ ਦੇ ਨਾਲ ਵੇਖ ਰਹੇ ਹਾਂ ਨਾ, ਦ੍ਰਿਸ਼ਟ ਮਨ ਹੈ ਸਗਲ ਮਥੇਨਾ, ਜੇਤਾ ਹੈ ਆਕਾਰ, ਜਿਤਨਾ ਵੀ ਇਹ ਨਾਮ ਰੂਪ ਪ੍ਰਪੰਚ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ, ਇਹ ਸਭ ਕੁਛ ਆਵਨ ਜਾਣ ਹੈ, ਆਉਣ ਜਾਣ ਵਾਲਾ ਹੀ ਹੈ। ਕੋਈ ਵਸਤੂ, ਕੋਈ ਵਿਅਕਤੀ, ਜੋ ਵੀ ਸੰਸਾਰ ਦੇ ਵਿੱਚ ਅਸੀਂ ਵੇਖ ਰਹੇ ਹਾਂ, ਔਰ ਜੋ ਵੀ ਆਈ ਹੋਈ ਚੀਜ਼ ਜਾਂ ਕੋਈ ਵਸਤੂ ਅਸੀਂ ਵੇਖਦੇ ਹਾਂ, ਉਹਨੇ ਇੱਕ ਦਿਨ ਜ਼ਰੂਰ ਜਾਣਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਸਤਿਗੁਰੂ ਦੇ ਅੱਗੇ ਚੱਲ ਕੇ ਬਚਨ ਆਉਂਦੇ ਹਨ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਕਿਹਦੇ ਨਾਲ ਦੋਸਤੀ ਕਰੀਏ? ਇਹ ਸਾਰਾ ਸੰਸਾਰ ਹੀ ਨਾਸ ਹੋਣ ਵਾਲਾ ਹੈ। ਜਿਨ ਇਹੋ ਲੇਖਾ ਲਿਖਿਆ, ਸੋ ਹੋਆ ਪਰਵਾਣ। ਲੋ ਹਜ਼ੂਰ ਕਹਿੰਦੇ ਨੇ, ਜਿਸ ਨੇ ਇਹ ਨਾਮ ਦਾ ਲੇਖਾ ਲਿਖਿਆ ਹੈ, ਕਿਉਂਕਿ ਨਾਮ ਦਾ ਲੇਖਾ ਹੀ ਸਭ ਤੋਂ ਉੱਤਮ ਹੈ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਇਹ ਨਾਮ ਦਾ ਲੇਖਾ ਅੱਗੇ ਪਰਲੋਕ ਦੇ ਵਿੱਚ ਵੀ ਇੱਕ ਪ੍ਰਮਾਣ ਪੱਤਰ ਹੁੰਦਾ ਹੈ। ਇਸੇ ਲਈ ਜਿਸ ਨੇ ਇਹ ਨਾਮ ਦਾ ਲੇਖਾ ਲਿਖਿਆ ਹੈ, ਸੋ ਹੋਆ ਪ੍ਰਵਾਨ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ। ਨਾਨਕ ਜੀ ਕੋ ਆਪ ਗਣਾਇਂਦਾ, ਸੋ ਮੂਰਖ ਗਾਵਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਕੋਈ ਆਪਣੇ ਆਪ ਨੂੰ ਗਣਾਏਂਦਾ, ਕੋਈ ਬਹੁਤਾ ਸਿਆਣਾ, ਆਪਣੇ ਆਪ ਨੂੰ ਪੰਡਤ, ਵਿਦਵਾਨ ਜਾਂ ਕੁਛ ਵੀ ਆਪਣੇ ਆਪ ਨੂੰ ਗਣਾਉਂਦਾ ਹੈ, ਕਿਸੇ ਵੀ ਗਿਣਤੀ ਵਿੱਚ ਆਪਣੇ ਆਪ ਨੂੰ ਗਣਾਉਂਦਾ ਹੈ, ਸੋ ਮੂਰਖ ਗਾਵਾਰ। ਹਜ਼ੂਰ ਕਹਿੰਦੇ ਨੇ, ਉਹ ਤੇ ਰੱਬ ਦੀ ਦਰਗਾਹ ਦੇ ਵਿੱਚ ਮੂਰਖ ਤੇ ਬੇਸਮਝ ਮੰਨਿਆ ਜਾਂਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਉੱਤੇ ਤਾਂ ਨਿਮਾਣੇ ਹੀ ਮਾਣ ਪਾਉਂਦੇ ਨੇ। ਭਾਈ ਗੁਰਦਾਸ ਜੀ ਦੇ ਬਚਨ ਨੇ, ਦਰਗਹਿ ਮਾਣ ਨਿਮਾਣਾ ਪਾਵੇ। ਪਰਮੇਸ਼ਰ ਦੀ ਦਰਗਾਹ ਵਿੱਚ ਨਿਮਾਣਾ ਹੀ ਕੋਈ ਮਾਣ ਪ੍ਰਾਪਤ ਕਰ ਸਕਦਾ ਹੈ। ਜੇ ਕੋਈ ਆਪਣੇ ਆਪ ਨੂੰ ਜਣਾਉਂਦਾ, ਇਹਦਾ ਮਤਲਬ ਉਹਦੇ ਮਨ ਦੇ ਵਿੱਚ ਹੰਕਾਰ ਹੈ। ਹਰ ਜੀਉ ਹੰਕਾਰ ਨਾ ਭਾਵੀ, ਵੇਦ ਕੂਕ ਸੁਣਾਵੇ। ਹੰਕਾਰ ਵਾਹਿਗੁਰੂ ਨੂੰ ਨਹੀਂ ਪਾਉਂਦਾ। ਇਸੇ ਲਈ ਹਜ਼ੂਰ ਕਹਿੰਦੇ, ਜੇ ਕੋਈ ਆਪਣੇ ਆਪ ਨੂੰ ਜਣਾਉਂਦਾ ਹੈ, ਉਹ ਮੂਰਖ ਤੇ ਬੇਸਮਝ ਹੈ। ਮਹੱਲਾ ਤੀਜਾ। ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜਹ ਖਿੰਚੇ ਤਹ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਇਹ ਦੱਸੋ, ਇਸ ਮਨ ਨੂੰ ਕਿਵੇਂ ਵਸ ਕੀਤਾ ਜਾ ਸਕਦਾ? ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬੜੇ ਸੋਹਣੇ ਅਲੰਕਾਰ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨ ਕੁੰਚਰ, ਗੁਰਮੁਖੋ ਮਨ ਕੁੰਚਰ ਹਾਥੀ ਵਾਂਗ ਹੈ। ਹਾਥੀ ਇੱਕ ਬਹੁਤ ਵੱਡਾ ਇੱਕ ਜਾਨਵਰ ਹੁੰਦਾ ਹੈ। ਇਹ ਮਨ ਵੀ ਹਾਥੀ ਵਾਂਗ ਹੈ। ਪੀਲਕ ਗੁਰੂ, ਪੀਲਕ ਦਾ ਅਰਥ ਹੈ ਮਹਾਵਤ। ਜਿਵੇਂ ਹਾਥੀ ਦੇ ਉੱਤੇ ਮਹਾਵਤ ਬੈਠਾ ਹੁੰਦਾ ਹੈ, ਮਨ ਹਾਥੀ ਹੈ ਤੇ ਗੁਰੂ ਪੀਲਕ ਮਹਾਵਤ ਨੇ। ਗਿਆਨ ਕੁੰਡਾ, ਮਹਾਵਤ ਦੇ ਹੱਥ ਵਿੱਚ ਕੁੰਡਾ ਵੀ ਹੁੰਦਾ ਹੈ। ਇਧਰ ਸਤਿਗੁਰੂ ਦੇ ਹੱਥ ਵਿੱਚ ਇਹ ਗੁਰਬਾਣੀ ਦੇ ਸ਼ਬਦ ਦੇ ਗਿਆਨ ਦਾ ਕੁੰਡਾ ਫੜਿਆ ਹੋਇਆ। ਜਹ ਖਿੰਚੇ ਤਹ ਜਾਏ। ਲਓ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵਸ ਹੋਇਆ ਮਨ ਜਿਸ ਪਾਸੇ ਸਤਿਗੁਰੂ ਖਿੱਚਦੇ ਨੇ, ਫਿਰ ਉਸੇ ਪਾਸੇ ਹੀ ਜਾਂਦਾ ਹੈ। ਭਾਵ ਜਦੋਂ ਅਸੀਂ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੰਦੇ ਹਾਂ, ਤੇ ਫਿਰ ਗੁਰੂ ਦੇ ਗਿਆਨ ਦੇ ਕੁੰਡੇ ਦੇ ਵਿੱਚ ਇਹ ਸਾਡਾ ਮਨ ਰਹਿਣ ਦਾ ਆਦੀ ਹੋ ਜਾਂਦਾ ਹੈ। ਫਿਰ ਜਿੱਧਰ ਗੁਰੂ ਦਾ ਹੁਕਮ ਹੁੰਦਾ ਹੈ, ਉਸੇ ਪਾਸੇ ਹੀ ਜਾਂਦਾ ਹੈ। ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਉੱਜੜ ਪਾਏ। ਲੋ ਹਜ਼ੂਰ ਕਹਿੰਦੇ ਨੇ, ਜਿਹੜਾ ਹਾਥੀ ਕੁੰਡੇ ਤੋਂ ਬਾਹਰ ਹੁੰਦਾ ਹੈ, ਭਾਵ ਜਿਸ ਹਾਥੀ ਦੇ ਸਿਰ ਉੱਤੇ ਮੁਹਾਵਤ ਦਾ ਕੁੰਡਾ ਨਹੀਂ ਹੁੰਦਾ, ਉਹ ਤੇ ਮੁੜ ਮੁੜ ਕੇ ਉੱਜੜ ਪਾਏ। ਉਹ ਤੇ ਉਜਾੜ ਦੇ ਵਿੱਚ ਹੀ ਹਮੇਸ਼ਾ ਲਈ ਪੈਂਦਾ ਰਹਿੰਦਾ। ਉਹ ਤੇ ਜੰਗਲਾਂ ਦੇ ਵਿੱਚ ਹੀ ਹਮੇਸ਼ਾ ਲਈ ਭੱਜਿਆ ਫਿਰਦਾ। ਕਿਉਂਕਿ ਜਿਸ ਹਾਥੀ ਦੇ ਸਿਰ ਉੱਤੇ ਮੁਹਾਵਤ ਦਾ ਕੁੰਡਾ ਹੁੰਦਾ ਹੈ ਔਰ ਉਹਨੂੰ ਤੇ ਮਾਨ ਸਨਮਾਨ ਵੀ ਮਿਲਦਾ ਹੈ, ਤੇ ਜਿਹੜਾ ਮੁਹਾਵਤ ਦੇ ਕੁੰਡੇ ਤੋਂ ਬਾਹਰ ਜਿਵੇਂ ਕੋਈ ਜੰਗਲੀ ਹਾਥੀ ਹੋਵੇ,
ਔਰ ਉਹ ਤੇ ਮੁੜ ਮੁੜ ਕੇ ਉਜਾੜ ਦੇ ਵਿੱਚ ਹੀ ਜਾ ਕੇ ਪੈਂਦਾ ਹੈ, ਜੰਗਲਾਂ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ, ਔਰ ਉਹਨੂੰ ਕਦੇ ਸੁੱਖ ਤੇ ਸਤਿਕਾਰ ਨਹੀਂ ਮਿਲ ਸਕਦਾ। ਪੌੜੀ ਤਿਸ ਆਗੇ ਅਰਦਾਸ ਜਿਨ ਉਪਾਇਆ। ਪੌੜੀ ਵਿੱਚ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਜਿਹਨੂੰ ਪਾਇਆ, ਜਿਸਨੇ ਸਾਰੇ ਸੰਸਾਰ ਨੂੰ ਤੇ ਸਾਨੂੰ ਵੀ ਖੁਦ ਪੈਦਾ ਕੀਤਾ ਹੈ। ਸਤਿਗੁਰ ਆਪਣਾ ਸੇਵ ਸਭ ਫਲ ਪਾਇਆ। ਹਜ਼ੂਰ ਕਹਿੰਦੇ ਨੇ, ਅਸੀਂ ਆਪਣੇ ਸਤਿਗੁਰੂ ਦੀ ਸੇਵਾ ਕਰਕੇ, ਸਤਿਗੁਰ ਆਪਣਾ ਸੇਵ, ਆਪਣੇ ਸਤਿਗੁਰੂ ਦੀ ਸੇਵਾ ਕਰਕੇ ਸਭ ਫਲ ਪਾਇਆ। ਅਸੀਂ ਸਾਰੇ ਫਲ ਹੀ ਪ੍ਰਾਪਤ ਕਰ ਲਏ, ਕਿਉਂਕਿ ਸਤਿਗੁਰੂ ਦੇ ਬਾਰੇ ਲਿਖਿਆ ਹੈ, ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਨੇ ਸਾਚ ਨਾਮ ਦੇ ਰਾਸ। ਜਿੰਨੇ ਫਲ ਸਾਨੂੰ ਲੋੜੀਂਦੇ ਨੇ, ਅਰਥ ਧਰਮ ਕਾਮ ਮੋਹ ਕਾ ਦਾਤਾ, ਸਾਰੇ ਹੀ ਸਤਿਗੁਰੂ ਦੇ ਕੋਲ ਨੇ। ਜਦੋਂ ਅਸੀਂ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੀ ਸੇਵਾ ਕਰੀਏ, ਫਿਰ ਸਾਰੇ ਹੀ ਫਲ ਪ੍ਰਾਪਤ ਹੋ ਜਾਂਦੇ ਹਨ। ਅੰਮ੍ਰਿਤ ਹਰਿ ਕਾ ਨਾਮ ਸਦਾ ਧਿਆਇਆ। ਲੋ ਹਜ਼ੂਰ ਕਹਿੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ ਤੇ ਹਮੇਸ਼ਾ ਲਈ ਅਸੀਂ ਉਸ ਨੂੰ ਧਿਆਇਆ ਹੈ। ਵਾਹਿਗੁਰੂ ਦਾ ਨਾਮ ਹੀ ਅਸਲੀ ਅੰਮ੍ਰਿਤ ਹੈ। ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਮ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ ਤੇ ਅਸੀਂ ਹਮੇਸ਼ਾ ਲਈ ਉਸ ਨੂੰ ਧਿਆਇਆ ਹੈ। ਸੰਤ ਜਨਾਂ ਕੈ ਸੰਗ ਦੁੱਖ ਮਿਟਾਇਆ। ਲੋ ਹਜ਼ੂਰ ਕਹਿੰਦੇ ਨੇ, ਭਾਈ ਸੰਤ ਜਨਾਂ ਦੇ ਨਾਲ ਮਿਲ ਕੇ, ਭਾਵ ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਕਰਕੇ ਅਸਾਂ ਆਪਣਾ ਜਨਮ ਤੇ ਮਰਨ ਦਾ ਦੁੱਖ ਵੀ ਮਿਟਾ ਲਿਆ ਹੈ। ਨਾਨਕ ਭਏ ਅਚਿੰਤ ਹਰ ਧਨ ਨਿਹਚ ਲਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਤਾਂ ਅਚਿੰਤ, ਚਿੰਤਾ ਤੋਂ ਰਹਿਤ, ਨਿਸ਼ਚਿੰਤ ਹੋ ਗਏ ਹਾਂ, ਬੇਫਿਕਰ ਹੋ ਗਏ ਹਾਂ। ਕਿਉਂ? ਹਰ ਧਨ ਨਿਹਚ ਲਾਇਆ। ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਿਹਚ ਲਾਇਆ ਦਾ ਅਰਥ ਵੀ ਅਚਲ ਧਨ, ਜਿਹੜਾ ਕਦੀ ਵੀ ਨਾਸ਼ ਨਹੀਂ ਹੁੰਦਾ। ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਧਨ ਸਾਨੂੰ ਪ੍ਰਾਪਤ ਹੋ ਗਿਆ। ਹਰ ਧਨ ਨਿਹਚ ਲਾਇਆ, ਜਿਹੜਾ ਕਦੀ ਚਲਾਏ ਮਨ ਹੋਣ ਵਾਲਾ ਨਹੀਂ, ਭਾਵ ਸੱਚਾ ਨਾਮ ਧਨ, ਉਹ ਸਾਨੂੰ ਪ੍ਰਾਪਤ ਹੋ ਗਿਆ, ਜਿਸ ਦਾ ਸਦਕਾ ਅਸੀਂ ਚਿੰਤਾ ਤੋਂ ਰਹਿਤ ਹੋ ਗਏ ਹਾਂ। ਸ਼ਲੋਕ ਮਹੱਲਾ ਤੀਜਾ। ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣਉ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ 21ਵੇਂ ਸ਼ਲੋਕ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਜ਼ੂਰ ਕਹਿੰਦੇ ਨੇ, ਘਰ ਉੱਚਾ ਨਿਰਣਉ। ਅਸੀਂ ਇਸ ਗੱਲ ਦਾ ਨਿਰਣਾ ਕੀਤਾ ਹੈ। ਘਰ ਉੱਚਾ, ਉੱਚੇ ਘਰ ਵਾਲਾ ਕੌਣ ਹੁੰਦਾ? ਬੱਦਲ, ਕਿਉਂਕਿ ਬੱਦਲ ਆਕਾਸ਼ ਦੇ ਵਿੱਚ ਹੁੰਦਾ, ਇਸ ਲਈ ਘਰ ਉੱਚਾ ਦਾ ਅਰਥ ਹੋ ਗਿਆ ਬੱਦਲ। ਅਸੀਂ ਇਸ ਗੱਲ ਦਾ ਨਿਰਣਾ ਕੀਤਾ ਹੈ, ਜਦੋਂ ਉੱਚੇ ਘਰ ਵਾਲਾ ਬੱਦਲ ਚੜ੍ਹ ਕੇ ਆਉਂਦਾ ਹੈ, ਖੇਤ ਮਿਆਲਾਂ ਉੱਚੀਆਂ, ਜਿਹੜੇ ਜ਼ਿਮੀਂਦਾਰ ਲੋਕ ਨੇ ਉਹ ਆਪਣੇ ਖੇਤਾਂ ਵਿੱਚ ਤੇ ਬਹੁਤ ਉੱਚੀਆਂ ਉੱਚੀਆਂ ਮਿਆਲਾਂ ਦਾ ਅਰਥ ਹੈ ਵੱਟਾਂ, ਉਹ ਬੜੀਆਂ ਉੱਚੀਆਂ ਉੱਚੀਆਂ ਵੱਟਾਂ ਬਣਾਉਂਦੇ ਨੇ। ਉਹਦਾ ਕੀ ਕਾਰਨ? ਉਹਦਾ ਕਾਰਨ ਇਹ ਹੈ ਵੀ ਜਦੋਂ ਬੱਦਲ ਚੜ੍ਹ ਕੇ ਆਉਂਦਾ ਤੇ ਉਹਨੇ ਵਰਸਣਾ ਤੇ ਹੁੰਦਾ ਹੀ ਹੈ, ਤੇ ਜਿਹੜੇ ਜ਼ਿਮੀਂਦਾਰ ਲੋਕ ਨੇ ਉਹ ਆਪਣੇ ਖੇਤ ਦੀਆਂ ਵੱਟਾਂ ਉੱਚੀਆਂ ਬਣਾਉਂਦੇ ਨੇ ਤਾਂ ਕਿ ਬੱਦਲ ਦਾ ਪਾਣੀ ਖੇਤ ਵਿੱਚ ਟਿਕ ਜਾਵੇ, ਕਿਉਂਕਿ ਉਸ ਬੱਦਲ ਦੇ ਪਾਣੀ ਦੇ ਨਾਲ ਹੀ ਤੇ ਖੇਤੀਬਾੜੀ ਹੋਣੀ ਹੈ। ਜੇ ਬੱਦਲ ਦਾ ਪਾਣੀ ਖੇਤ ਵਿੱਚ ਨਾ ਖਲੋਵੇ ਤੇ ਫਿਰ ਉਹ ਖੇਤ ਵਿੱਚ ਫਸਲ ਹਰੀ ਭਰੀ ਨਹੀਂ ਰਹਿ ਸਕਦੀ। ਇਸ ਲਈ ਸਿਆਣੇ ਜ਼ਿਮੀਂਦਾਰ ਜਦੋਂ ਬੱਦਲ ਚੜ੍ਹ ਕੇ ਆਵੇ, ਉਹ ਆਪਣੇ ਖੇਤ ਦੀਆਂ ਵੱਟਾਂ ਉੱਚੀਆਂ ਕਰ ਲੈਂਦੇ ਹਨ। ਇਸੇ ਤਰ੍ਹਾਂ ਉੱਚੇ ਘਰ ਦਾ ਮਾਲਕ ਕੌਣ ਹੈ? ਸਤਿਗੁਰੂ। ਜਦੋਂ ਸਤਿਗੁਰੂ ਮਿਹਰਾਂ ਦੇ ਘਰ ਆ ਕੇ ਨਾਮ ਬਾਣੀ ਦੀ ਵਰਖਾ ਕਰਦੇ ਹਨ, ਨਿਰਣਉ, ਅਸੀਂ ਇਸ ਗੱਲ ਦਾ ਨਿਰਣਾ ਕੀਤਾ ਹੈ, ਜਿਹੜੇ ਗੁਰਸਿੱਖ ਮਾਈ ਭਾਈ ਨੇ ਨਾਮ ਦੀ ਖੇਤੀ ਬੀਜਣ ਵਾਲੇ ਅਥਵਾ ਭਗਤੀ ਦੀ ਖੇਤੀ ਕਰਨ ਵਾਲੇ, ਖੇਤ ਮਿਆਲਾਂ ਉੱਚੀਆਂ, ਉਹ ਆਪਣੇ ਹਿਰਦੇ ਰੂਪੀ ਖੇਤ ਵਿੱਚ ਸ਼ਰਧਾ ਤੇ
ਸਿਦਕ ਦੀਆਂ ਉੱਚੀਆਂ ਵੱਟਾਂ ਬਣਾ ਲੈਂਦੇ ਨੇ ਤਾਂ ਕਿ ਗੁਰੂ ਦਾ ਉਪਦੇਸ਼ ਉਸ ਦੇ ਵਿੱਚ ਟਿਕ ਸਕੇ।